मैं तेजिंदर सिंह झंडिओ, सहायक सुपरडेंट जेल रिटायर्ड, हालबाद बरनाला, आप जी नाल मेरी सर्जन प्रक्रिया ते गलबात करनी चाहुंदा हाँ। मेरा जन्म अंबाला हरियाणा विच 1960 विच होया। आम तौर ते ਇਹ ਕਿਹਾ ਜਾਂਦਾ ਹੈ ਕਿ ਕਿਤਾਬਾਂ ਜਿਹੜੀਆਂ ਹਨ ਉਹ ਮਨੁੱਖ ਦੇ ਦੋਸਤ ਹਨ। ਇਸ ਵਿੱਚ ਕੋਈ ਦੋ ਰਾਏ ਨਹੀਂ। ਇਸ ਬਾਰੇ ਵਿਚਾਰ ਚਰਚਾ ਅੱਗੇ ਚੱਲ ਕੇ ਕਰਾਂਗੇ। ਦੂਸਰੀ ਗੱਲ ਕਿ ਜਿਹੜੀ ਕਵਿਤਾ ਹੈ ਜਾਂ ਸਾਹਿਤ ਹੈ ਇਹ ਕੁਦਰਤੀ ਦੇਣ ਹੈ, ਗੋਡ ਗਿਫਟ ਹੈ। ਪਰ ਮੈਂ ਆਪਣੀ ਹੁਣ ਜਿਹੜੀ ਸਿਰਜਣ ਪ੍ਰਕਿਰਿਆ ਹੈ ਉਸ ਦੇ ਵੱਲ ਕਰਦਾ ਹਾਂ। ਮੈਨੂੰ ਲਿਖਣ ਦਾ ਸ਼ੌਂਕ 1976 ਤੋਂ ਪਿਆ। ਪਹਿਲਾਂ ਵੀ ਮੈਂ ਕੁਛ ਨਾ ਕੁਛ ਪੜ੍ਹਦਾ ਰਹਿੰਦਾ ਸੀ। ਇਹ ਸ਼ੌਂਕ ਮੈਨੂੰ ਮੇਰੇ ਮਾਤਾ ਜੀ ਸ਼੍ਰੀਮਤੀ ਮਨਜੀਤ ਕੌਰ ਜੀ ਹੋਰਾਂ ਦੇ ਅਖਬਾਰਾਂ ਵਗੈਰਾ ਪੜ੍ਹਦੇ ਸਮੇਂ ਪਿਆ, ਕਿਉਂਕਿ ਉਹ ਅਕਸਰ ਅਖਬਾਰਾਂ ਦੇ ਵਿੱਚੋਂ ਕਹਾਣੀਆਂ ਪੜ੍ਹਦੇ ਰਹਿੰਦੇ ਸਨ ਅਤੇ ਇਹ ਲਾਗ ਮੈਨੂੰ ਉੱਥੋਂ ਲੱਗ ਗਈ ਸੀ। 1976 ਦੇ ਵਿੱਚ ਮੈਂ ਗੌਰਮੈਂਟ ਰਣਬੀਰ ਕਾਲਜ ਸੰਗਰੂਰ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਸਟਾਰਟ ਕੀਤੀ ਸੀ ਅਤੇ ਉਸ ਸਮੇਂ ਹੀ ਮੈਂ ਆਪਣੀ ਇੱਕ ਕਵਿਤਾ ਜੋ ਮੈਂ ਆਪਣੇ ਆਪ ਸਮਝਦਾ ਸੀ ਕਿ ਸ਼ਾਇਦ ਉਹ ਗਜ਼ਲ ਹੈ, ਉਹ ਤੋਂ ਸ਼ੁਰੂਆਤ ਕੀਤੀ ਸੀ। ਸਾਡੇ ਪ੍ਰੋਫੈਸਰ ਡਾਕਟਰ ਅਮਰ ਕੋਮਲ ਜੀ ਦਾ ਮੈਂ ਬਹੁਤ ਧੰਨਵਾਦੀ ਹਾਂ। ਰਣਬੀਰ ਕਾਲਜ ਸੰਗਰੂਰ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਸਨ। ਉਹਨਾਂ ਦੇ ਕੋਲ ਮੈਗਜ਼ੀਨ ਸੈਕਸ਼ਨ ਸੀ, ਪਰ ਉਹ ਸਾਨੂੰ ਪੰਜਾਬੀ ਦੀ ਕਲਾਸ ਨਹੀਂ ਪੜ੍ਹਾਉਂਦੇ ਸੀ। ਸਾਨੂੰ ਪੰਜਾਬੀ ਦੀ ਕਲਾਸ ਮੈਡਮ ਸਤਵੰਤ ਕੌਰ ਜੀ ਪੜ੍ਹਾਉਂਦੇ ਸੀ। ਔਰ ਮੈਂ ਲਿਖਣ ਦੇ ਤੌਰ 'ਤੇ ਇੱਕ ਵਾਰੀ ਉਹਨਾਂ ਨੇ ਮੈਨੂੰ ਜਦੋਂ ਕਿਹਾ ਕਿ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਲੇਖ ਲਿਖੋ, ਕਲਾਸ ਦੇ ਵਿੱਚੋਂ ਮੈਂ ਲੇਖ ਲਿਖਿਆ। ਉਹਨਾਂ ਦੇ ਸ਼ੀਰਸ਼ਕ ਸੀਗਾ ਉਹਨਾਂ ਦਾ ਮੇਰੇ ਲੇਖ ਦਾ ਗੁਰੂ ਨਾਨਕ ਇੱਕ ਕਵੀ। ਬਾਅਦ ਵਿੱਚ ਉਹ ਲੇਖ ਜਿਹੜਾ ਹੈ ਉਹ ਅਕਾਲੀ ਪੱਤਰਿਕਾ 'ਚ ਵੀ ਛਪਿਆ। ਜਦੋਂ ਮੈਂ ਲੇਖ ਦਿਖਾਇਆ ਤਾਂ ਉਹਨਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਵੀ ਤੂੰ ਲਿਖ ਸਕਦਾ। ਪ੍ਰੋਫੈਸਰ ਕੋਮਲ ਸਾਹਿਬ ਨੇ ਮੈਨੂੰ ਬਹੁਤ ਥਾਪੜਾ ਦਿੱਤਾ ਵੀ ਤੁਸੀਂ ਲਿਖਿਆ ਕਰੋ। ਸਾਡੇ ਪ੍ਰੋਫੈਸਰ, ਮੈਂ ਪੋਲੀਟੀਕਲ ਸਾਇੰਸ ਦੇ ਵਿੱਚ MA ਕੀਤੀ ਹੈ, ਉੱਥੋਂ ਗ੍ਰੈਜੂਏਸ਼ਨ ਦੇ ਵਿੱਚ ਵੀ ਸਾਨੂੰ ਪ੍ਰੋਫੈਸਰ ਹਰਲਾਲ ਸਿੰਘ ਹੋਰੀ ਪੜ੍ਹਾਉਂਦੇ ਸੀ, ਹਰਚੇਤ ਹੋਰੀ ਪੜ੍ਹਾਉਂਦੇ ਸੀਗੇ ਪ੍ਰੋਫੈਸਰ ਸਾਹਿਬ। ਉਹਨਾਂ ਨੇ ਵੀ ਇੱਕ ਆਰਟੀਕਲ ਲਿਖਣ ਨੂੰ ਕਿਹਾ ਸੀ ਅਤੇ ਮੈਂ ਉਦੋਂ ਇੱਕ ਆਰਟੀਕਲ ਅੰਗਰੇਜ਼ੀ ਦੇ ਵਿੱਚ ਵੀ ਲਿਖਿਆ ਸੀ। ਉਸ ਤੋਂ ਬਾਅਦ ਉਹ ਕਿਸੇ ਕਾਰਨ ਬਸ, ਯਾਨੀ ਇਹ ਕਹਿ ਲਓ ਕਿ ਉਸ ਦਾ ਵਿਸ਼ਾ ਕੁਛ ਉਸ ਵੇਲੇ ਦੇ ਸਮੇਂ ਦੇ ਅਨੁਕੂਲ ਸੀ ਅਤੇ ਅੱਤਵਾਦ ਦਾ ਸਮਾਂ ਚੱਲ ਰਿਹਾ ਸੀ, ਇਸ ਕਰਕੇ ਉਹ ਨਹੀਂ ਉਹਨਾਂ ਨੇ ਸਿਲੈਕਟ ਕੀਤਾ। ਉਪਰੰਤ ਮੈਂ ਆਪਣੇ ਸਟੱਡੀ ਜਿਹੜੀ ਸੀਗੀ 1982 ਦੇ ਵਿੱਚ MA ਕਰ ਲਈ। ਉਸ ਤੋਂ ਬਾਅਦ ਮੈਂ ਜੇਲ੍ਹ ਵਿਭਾਗ ਦੇ ਵਿੱਚ ਭਰਤੀ ਹੋ ਗਿਆ। ਬਹੁਤ ਸਖਤ ਮਹਿਕਮੇ ਦੇ ਵਿੱਚ ਸਖਤ ਡਿਊਟੀ ਹੋਣ ਕਾਰਨ ਮੈਨੂੰ ਲਿਖਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਸੀ, ਕਿਉਂਕਿ ਉਸ ਦਾ ਕੋਈ ਪੱਕਾ ਸਮਾਂ ਨਹੀਂ ਸੀ। ਦਿਨ ਨੂੰ ਵੀ ਡਿਊਟੀ ਸੀ, ਰਾਤ ਨੂੰ ਵੀ ਡਿਊਟੀ ਸੀ, ਪਰ ਫਿਰ ਵੀ ਕਿਉਂਕਿ ਮੈਨੂੰ ਚੇਟਕ ਲੱਗੀ ਹੋਈ ਸੀ ਅਤੇ ਮੈਂ ਜਦੋਂ ਵੀ ਮੈਨੂੰ ਸਮਾਂ ਮਿਲਦਾ ਮੈਂ ਆਪਣੀ ਕੋਈ ਨਾ ਕੋਈ ਕਹਾਣੀ, ਕੋਈ ਨਾ ਕੋਈ ਰਚਨਾ, ਕੋਈ ਨਾ ਕੋਈ ਕਵਿਤਾ ਲਿਖਦਾ। ਜ਼ਿਆਦਾਤਰ ਮੈਂ ਕਵਿਤਾ ਅਤੇ ਮਿੰਨੀ ਕਹਾਣੀਆਂ ਦੀ ਸਿਰਜਣਾ ਕੀਤੀ ਉਸ ਸਮੇਂ 'ਚ, ਕਿਉਂਕਿ ਸਮਾਂ ਘੱਟ ਸੀ ਔਰ ਘੱਟ ਸਮੇਂ ਦੇ ਵਿੱਚ ਇਹ ਛੋਟੀ ਜਿਹੜੀ ਸੀਗੀ ਚੀਜ਼, ਇਸ ਨੂੰ ਕੀਤਾ ਜਾ ਸਕਦਾ ਸੀ। ਉਸ ਤੋਂ ਬਾਅਦ ਮੈਂ ਬਰਨਾਲੇ ਆਉਂਦਾ ਰਿਹਾ, ਕਿਉਂਕਿ ਮੈਂ ਉੱਥੇ ਇਕੱਲਾ ਹੀ ਸਰਵਿਸ 'ਤੇ ਜਾਂਦਾ ਸੀਗਾ। ਸਵੇਰੇ ਜਾਂਦਾ ਸੀ, ਸ਼ਾਮ ਨੂੰ ਆ ਜਾਂਦਾ ਸੀ, ਜਾਂ ਕਦੇ ਰਹਿਣਾ ਪੈਂਦਾ ਸੀ। ਤਾਂ ਜਦੋਂ ਮੈਂ ਉੱਥੇ ਰਹਿੰਦਾ ਸੀ ਤਾਂ ਮੈਂ ਉਸ ਪ੍ਰਕਿਰਿਆ 'ਚ
ਉੱਥੇ ਇੱਕ ਪ੍ਰਕਿਰਿਆ ਕਰਦਾ ਸੀ, ਆਪਣੀ ਸਾਹਿਤ ਰਚਨਾ ਕਰਦਾ ਸੀ। ਘਰੇ ਆਉਂਦਾ ਤਾਂ ਇੱਥੋਂ ਜਿਸ ਦਿਨ ਮੇਰੀ ਆਫ ਡੇ ਹੁੰਦਾ ਉਸ ਦਿਨ ਮੈਂ ਪ੍ਰੋਫੈਸਰ ਰਾਹੀ ਸਾਹਿਬ ਕੋਲੇ ਚਲੇ ਜਾਂਦਾ, ਉਹਨਾਂ ਦੀ ਸੰਗਤ 'ਚ ਬੈਠਦਾ ਉੱਠਦਾ। ਅਤੇ ਪ੍ਰੋਫੈਸਰ ਰਾਹੀ ਸਾਹਿਬ ਨੇ ਇੱਕ ਵਾਰੀ ਮੈਨੂੰ ਇਹ ਗੱਲ ਬੜੀ ਕਹੀ ਕਿ ਦੇਖੋ, ਤੁਸੀਂ ਸੰਗਰੂਰ ਤੋਂ ਕੰਮ ਕਰਕੇ ਆਉਂਦੇ ਹੋ, ਤੁਸੀਂ ਫਿਰ ਵੀ ਮੈਨੂੰ ਤਕਰੀਬਨ ਰੋਜ਼ ਵਾਂਗ ਮਿਲ ਜਾਂਦੇ ਹੋ। ਜਿਹੜੇ ਲੋਕਲ ਸਾਹਿਤਕਾਰ ਨੇ ਸਾਡੇ ਬਰਨਾਲੇ ਦੇ, ਉਹ ਮਹੀਨਾ ਨਹੀਂ ਸਾਡੇ ਕੋਲੇ ਆਉਂਦੇ। ਤੋ ਉਹਨਾਂ ਨੇ ਮੈਨੂੰ ਬਹੁਤ ਥਾਪੜਾ ਦਿੱਤਾ ਵੀ ਤੁਸੀਂ ਲਿਖਿਆ ਕਰੋ। ਮੇਰੀਆਂ ਕਾਫੀ ਗਜ਼ਲਾਂ ਦੀ ਉਹਨਾਂ ਨੇ ਸੋਧ ਵੀ ਕੀਤੀ, ਜੋ ਮੈਂ ਲਿਖੀਆਂ ਉਸ ਬਾਰੇ ਚਾਨਣ ਵੀ ਪਾਇਆ। ਉਹਨਾਂ ਨੇ ਮੇਰੇ ਪਹਿਲੇ ਗਜ਼ਲ ਸੰਗ੍ਰਹਿ ਜਿਹੜਾ ਹੈ ਦਰਿਆ ਦੀ ਪਿਆਸ, ਇਹ ਮੇਰਾ ਪਹਿਲਾ ਗਜ਼ਲ ਸੰਗ੍ਰਹਿ ਹੈ। ਇਸ ਦਾ ਖਰੜਾ ਉਹਨਾਂ ਨੇ ਸੋਧਿਆ ਸੀ 2007 ਦੇ ਵਿੱਚ, ਪਰੰਤੂ ਘਰੇਲੂ ਕਾਰਨਾਂ ਕਾਰਨ ਮੈਂ ਇਹਨੂੰ ਪ੍ਰਕਾਸ਼ਿਤ ਨਹੀਂ ਕਰਵਾ ਸਕਿਆ। ਫਿਰ ਮੈਂ ਇਹ ਕਹਾਣੀ ਜਿਹੜਾ ਹੈਗਾ ਮੇਰਾ ਖਾਬ ਸੰਗ੍ਰਹਿ, ਜਿਸ ਵਿੱਚ ਕਵਿਤਾ ਔਰ ਗਜ਼ਲ ਹਨ, ਗੀਤ ਵੀ ਹਨ, 2016 ਦੇ ਵਿੱਚ ਕਰਵਾਇਆ ਪ੍ਰਕਾਸ਼ਿਤ। ਔਰ ਇਸ ਦੀ ਘੁੰਡ ਚੁਕਾਈ ਜਾਂ ਲੋਕ ਅਰਪਣ ਜਿਹੜਾ ਸੀਗਾ ਉਹ 28/5/2016 ਨੂੰ ਸਾਡੀ ਜੇਲ੍ਹ ਦੇ ਅੰਦਰ ਹੀ ਕੈਦੀਆਂ ਅਤੇ ਸਟਾਫ ਦੇ ਵਿਚਕਾਰ ਹੋਈ। ਬਰਨਾਲੇ ਦੇ ਕਾਫੀ ਸਾਹਿਤਕਾਰ ਵੀ ਉਸ ਸਮੇਂ ਮੌਜੂਦ ਸਨ, ਕਿਉਂਕਿ ਸਾਡਾ ਸ਼ੌਂਕ ਸੀ ਅਤੇ ਅਸੀਂ ਇਸ ਸ਼ੌਂਕ ਨੂੰ ਇਹ ਚਾਹੁੰਦੇ ਸੀ ਵੀ ਹਰੇਕ ਬੰਦੇ 'ਤੇ ਇਹਦਾ ਅਸਰ ਹੋਵੇ। ਕੈਦੀਆਂ ਨੂੰ ਅਸੀਂ ਮੋਟੀਵੇਟ ਇਸੇ ਕਰਕੇ ਕਰਦੇ ਸੀ ਕਿ ਉਹ ਪੜ੍ਹਾਈ ਕਰਨ। ਅੰਦਰ ਅਸੀਂ ਕੰਪਿਊਟਰ ਦੇ ਵੀ ਖੋਲ੍ਹਿਆ ਹੋਇਆ ਸੀ ਸਕੂਲ, ਔਰ ਜੋ ਸੀਗਾ ਬਰਨਾਲੇ ਜੇਲ੍ਹ ਦੇ ਵਿੱਚ, ਔਰ ਨਾਲ ਹੀ ਇਗਨੋ ਵੱਲੋਂ ਜਿਹੜਾ ਸੀ ਅਸੀਂ ਸਕੂਲ ਚਲਾ ਰਹੇ ਸੀ, ਜਿਸ ਦਾ ਚਾਰਜ ਮੇਰੇ ਕੋਲ ਸੀ। ਮੈਨੂੰ ਮਹਿਕਮੇ ਵਿੱਚੋਂ ਕਾਫੀ ਸਫਲਤਾ ਵੀ ਮਿਲੀ ਹੈ। ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ, ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਵਿਭਾਗ ਨੇ ਰਾਸ਼ਟਰਪਤੀ ਅਵਾਰਡ ਵੀ ਦਿਵਾਇਆ। ਉਸ ਸਮੇਂ ਰਾਸ਼ਟਰਪਤੀ ਮਾਨਯੋਗ ਪ੍ਰਭਤਾ ਦੇਵੀ ਜੀ ਸਨ 2011 ਦੇ ਵਿੱਚ, ਤਾਂ ਉਹ ਮੈਨੂੰ ਅਵਾਰਡ ਮੇਰਾ ਹੈ ਉਹ ਵੀ ਮਿਲਿਆ। ਜੇਲ੍ਹ ਅੰਦਰ ਜਿੰਨੇ ਵੀ ਅਸੀਂ ਕਾਰਜ ਕਰਾਉਂਦੇ, ਸਾਹਿਤਕ ਸਭਾਵਾਂ ਕਰਾਉਂਦੇ ਜਾਂ ਸਾਹਿਤਕ ਕਾਰਜ ਕਰਾਉਂਦੇ, ਉਸ ਦੀ ਸਾਰੀ ਜ਼ਿੰਮੇਵਾਰੀ ਉਹ ਮੇਰੀ ਸੀ ਕਿ ਮੈਂ ਉਸ 'ਤੇ ਜਿਹੜੇ ਸੀਗੇ ਖਬਰਾਂ, ਜੋ ਉਸ ਦਾ ਰਿਪੋਰਟਿੰਗ ਸੀਗੀ, ਉਹ ਮੈਂ ਹੀ ਕਰਕੇ ਦਿੰਦਾ। ਜੇਲ੍ਹ ਜਿਹੜੀ ਹੈ ਉਹ ਬਾਜ਼ਾਰ ਤੋਂ 7-8 ਕਿਲੋਮੀਟਰ ਬਾਹਰ ਹੈ, ਤਾਂ ਕੋਈ ਵੀ ਪੱਤਰਕਾਰ ਛੇਤੀ ਉੱਥੇ ਨਹੀਂ ਸੀ ਆਉਂਦਾ। ਇਸ ਕਰਕੇ ਜੋ ਵੀ ਰਿਪੋਰਟਿੰਗ ਹੁੰਦੀ ਉਹ ਮੇਰੇ ਰਾਹੀਂ ਹੁੰਦੀ। ਉਸ ਤੋਂ ਬਾਅਦ ਪਹਿਲੀ ਕਿਤਾਬ ਆਉਣ ਤੋਂ ਬਾਅਦ ਮੈਂ ਹਿੰਦੀ ਦਾ ਜਿਹੜੀ ਕਹਾਣੀ ਸੰਗ੍ਰਹਿ ਸੀਗਾ, ਉਹ ਮੇਰੇ ਬਹੁਤ ਪੁਰਾਣੇ ਮਿੱਤਰ ਨੇ ਲੁਧਿਆਣੇ ਤੋਂ, ਮਨੋਜਪ੍ਰੀਤ ਜੀ, ਪਿਛਲੇ 40 ਸਾਲ ਤੋਂ ਮੈਂ ਉਹਨਾਂ ਨਾਲ ਜਿਹੜਾ ਹੈ ਮਤਲਬ ਕੰਮ ਕਰ ਰਿਹਾ। ਸਭਾ ਦਾ ਪ੍ਰੀ ਸਾਹਿਤ ਸਦਨ ਬਣਿਆ ਹੋਇਆ ਸਾਡਾ, ਉਹਨਾਂ ਦਾ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ। ਉਹਨਾਂ ਦੀ ਕਹਾਣੀ ਸੰਗ੍ਰਹਿ ਨੂੰ ਮੈਂ ਅਨੁਵਾਦ ਕੀਤਾ ਆਪਣੇ ਬੁੱਤ। ਉਪਰੰਤ ਰਜਨੀ ਛਾਬੜਾ ਜੀ ਦੀ ਕਿਤਾਬ ਸੀ ਹੋਣ ਤੋਂ ਨਾ ਹੋਣ ਤੱਕ ਦਾ ਵੀ ਮੈਂ ਅਨੁਵਾਦ ਪੰਜਾਬੀ ਵਿੱਚ ਕੀਤਾ। ਇਸੇ ਤਰ੍ਹਾਂ ਹੋਰ ਵੀ 1-2 ਕਿਤਾਬਾਂ ਦੇ ਮੈਂ ਅਨੁਵਾਦ ਕੀਤੇ। ਅਤੇ ਫਿਰ ਮੇਰਾ ਮਿੰਨੀ ਕਹਾਣੀ ਸੰਗ੍ਰਹਿ ਹਵਾ 'ਚ ਲਟਕਦੇ ਕਦਮ ਪ੍ਰਕਾਸ਼ਿਤ ਹੋਇਆ, ਜੋ ਜੁਗਨੂਆਂ ਦੇ ਸੰਘ ਵੱਲੋਂ ਜਨਵਰੀ 2020 ਦੇ ਵਿੱਚ ਬਰਨਾਲੇ ਵਿੱਚ ਹੀ ਰਿਲੀਜ਼ ਹੋਇਆ। ਮੇਰੇ ਆਲੇ ਦੁਆਲੇ ਸਰਜਨ ਪ੍ਰਕਿਰਿਆ ਦੇ ਸੰਬੰਧੀ ਮੈਂ ਗੱਲ ਕਰਦਾ। ਜੋ ਕੁਛ ਮੇਰੇ ਆਲੇ ਦੁਆਲੇ ਵਿੱਚ ਹੈ, ਵਾਪਰਦਾ ਹੈ, ਉਹ ਮੇਰੇ 'ਤੇ ਜੋ ਪ੍ਰਭਾਵ ਛੱਡਦਾ, ਮੈਂ ਉਹਦੇ ਬਾਰੇ ਆਪਣੀ ਰਚਨਾ ਦੇ ਵਿੱਚ ਲਿਖਦਾ। ਚਾਹੇ ਉਹ ਮੇਰੀ ਰਚਨਾ ਕਵਿਤਾ ਦਾ ਰੂਪ ਹੋਵੇ, ਕਹਾਣੀ ਦਾ ਰੂਪ ਹੋਵੇ, ਲੇਖ ਦਾ ਰੂਪ ਹੋਵੇ, ਤਾਂ ਉਹ ਮੈਂ ਜਿੰਨਾ ਚਿਰ ਨਹੀਂ ਲਿਖ ਲੈਂਦਾ, ਮੈਨੂੰ ਉਹ ਚੀਜ਼ਾਂ ਜਿਹੜੀ ਹੈ ਟੁੰਬਦੀਆਂ ਰਹਿੰਦੀਆਂ ਨੇ। ਇੱਥੋਂ ਤੱਕ ਕਿ ਮਹਿਕਮੇ ਦੇ ਵਿੱਚ ਹੁੰਦੇ ਵੀ ਮੈਂ, ਜੋ ਮੈਨੂੰ ਮਹਿਕਮੇ ਦੇ ਵਿੱਚੋਂ ਕੁਛ ਚੀਜ਼ਾਂ ਮੇਰੇ ਆਲੇ ਦੁਆਲੇ ਤੋਂ ਮੈਨੂੰ ਵਾਪਰਦੀਆਂ ਲੱਗੀਆਂ,
ਉਹਨਾਂ ਬਾਰੇ ਵੀ ਮੈਂ ਆਪਣੀਆਂ ਲਿਖਤਾਂ ਦੇ ਵਿੱਚ ਜ਼ਿਕਰ ਕੀਤਾ ਹੈ। ਹੁਣ ਮੈਂ 2018 ਦੇ ਵਿੱਚ ਜੇਲ੍ਹ ਵਿਭਾਗ ਤੋਂ ਬਤੌਰ ਸਹਾਇਕ ਸੁਪਰਡੈਂਟ ਰਿਟਾਇਰ ਹੋਇਆ ਹਾਂ। ਪੰਜਾਬ ਸਰਕਾਰ ਵੱਲੋਂ 2 ਸਾਲ ਹਾਲੇ ਹੋਰ ਐਕਸਟੈਂਸ਼ਨ ਦਿੱਤੀ ਜਾ ਸਕਦੀ ਸੀ, ਪਰ ਮੈਂ ਸਾਹਿਤਕ ਕਾਰਜਾਂ ਕਰਕੇ ਹੋਰ ਐਕਸਟੈਂਸ਼ਨ ਨਹੀਂ ਲਈ, ਕਿਉਂਕਿ ਮੈਨੂੰ ਸਾਹਿਤ ਨਾਲ ਲਗਾਵ ਹੈ। ਪਿੱਛੇ ਮੇਰੀ ਤੁਸੀਂ ਲਾਇਬ੍ਰੇਰੀ ਦੇਖ ਰਹੇ ਹੋ, ਇਹ ਮੇਰੀ ਘਰ ਦੀ ਲਾਇਬ੍ਰੇਰੀ ਹੈ ਔਰ ਮੇਰੇ ਕੋਲ ਹਰ ਇੱਕ ਕਿਤਾਬ ਜਿਹੜੀ ਹੈ ਉਹ ਆਉਂਦੀ ਰਹਿੰਦੀ ਹੈ। ਇੱਕ ਤਾਂ ਮੈਂ ਜਿੰਨੀਆਂ ਬਰਨਾਲੇ ਦੀਆਂ ਸਭਾਵਾਂ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਹਾਂ। ਪਹਿਲਾਂ ਮੈਂ ਜੁੜਿਆ ਸੀਗਾ ਲਿਖਾਰੀ ਸਭਾ ਬਰਨਾਲਾ, ਪ੍ਰੀਤਮ ਸਿੰਘ ਰਾਹੀ ਹੋਰਾਂ ਨੇ ਮੈਨੂੰ ਜੋੜਿਆ ਸੀ ਉਸ ਨਾਲ। ਉਸ ਤੋਂ ਬਾਅਦ ਪੰਜਾਬੀ ਸਾਹਿਤ ਸਭਾ, ਮਾਲਵਾ ਸਾਹਿਤ ਸਭਾ ਅਤੇ ਸਾਰੀਆਂ ਸਭਾਵਾਂ ਨਾਲ ਮੇਰਾ ਜਿਹੜਾ ਹੈ ਕੋਈ ਨਾ ਕੋਈ ਅਹੁਦਾ ਹੈ ਮੇਰੇ ਕੋਲ। ਕਿਸੇ 'ਚ ਐਗਜ਼ੈਕਟਿਵ ਮੈਂਬਰ ਹਾਂ ਮੈਂ, ਕਿਸ ਦਾ ਖਜ਼ਾਨਚੀ ਹਾਂ, ਕਿਸ ਦਾ ਮਤਲਬ ਸਕੱਤਰ ਹਾਂ। ਇਸ ਤਰ੍ਹਾਂ ਮੈਂ ਇਹਨਾਂ ਨਾਲ ਜੁੜਿਆ ਰਹਿੰਦਾ ਹਾਂ। ਇਸ ਤੋਂ ਇਲਾਵਾ ਮੈਨੂੰ ਪੰਜਾਬੀ ਜਾਗਰਣ, ਨਵਾਂ ਜ਼ਮਾਨਾ, ਪੰਜ ਦਰਿਆ ਵਗੈਰਾ ਜਿਹੜੇ ਨੇ ਅਖਬਾਰ ਅਤੇ ਮੈਗਜ਼ੀਨਾਂ ਵੱਲੋਂ ਪੁਸਤਕਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦਾ ਮੈਂ ਅਕਸਰ ਰਿਵਿਊ ਕਰਕੇ ਭੇਜਦਾ ਹਾਂ। ਰਿਵਿਊ ਕਰਨ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਉਸ ਵਿੱਚੋਂ ਮੋਟੇ-ਮੋਟੇ ਪੰਨੇ ਦੇਖੇ ਜਾਣ, ਫੌਰੀ ਨਜ਼ਰ ਮਾਰੀ ਜਾਵੇ, ਉੜਦੀ ਨਜ਼ਰ ਮਾਰੀ ਜਾਵੇ ਅਤੇ 4 ਅੱਖਰ ਉਹਦੇ 'ਤੇ ਲਿਖ ਦਿੱਤੇ ਜਾਣ। ਮੈਂ ਜਦੋਂ ਵੀ ਰਿਵਿਊ ਕਰਦਾ ਹਾਂ ਤਾਂ ਇੱਕ ਸਿਰੇ ਤੋਂ ਲੈ ਕੇ ਅਖੀਰ ਤੱਕ ਪੂਰੀ ਕਿਤਾਬ ਦਾ ਨਿੱਠ ਕੇ ਅਧਿਐਨ ਕਰਦਾ ਹਾਂ। ਫਿਰ ਉਸ ਬਾਰੇ ਜੋ ਵੀ ਮੇਰੇ ਵਿਚਾਰ ਆਉਂਦੇ ਨੇ ਉਹ ਮੈਂ ਅੰਕਿਤ ਕਰਦਾ, ਚਾਹੇ ਉਹ ਚੰਗੇ ਹੋਣ, ਮਾੜੇ ਹੋਣ, ਜੋ ਵੀ ਹੋਣ, ਚਾਹੇ ਕਿਸੇ ਨੂੰ ਉਹ ਚੰਗੇ ਲੱਗਣ ਨਾ ਲੱਗਣ। ਇਸ ਤਰ੍ਹਾਂ ਮੈਂ ਆਪਣੀ ਜਿਹੜੀ ਹੈਗੀ ਆ ਰਚਨਾ ਪ੍ਰਕਿਰਿਆ ਕਰਦਾ ਰਹਿੰਦਾ ਹਾਂ। ਹੁਣ ਵੀ ਮੈਂ ਇਹੀ ਜਿਹੜੇ ਕਾਰਜ ਹੈ ਪੁਸਤਕ ਰਿਵਿਊ ਦਾ ਕਰਦਾ ਹਾਂ, ਆਪਣੀ ਰਚਨਾ ਆਪ ਵੀ ਕਰਦਾ ਹਾਂ। ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਅਖਬਾਰਾਂ, ਮੈਗਜ਼ੀਨਾਂ ਵਿੱਚ ਜੋ ਹੈ ਉਹ ਛਪਦੀਆਂ ਰਹਿੰਦੀਆਂ ਹਨ। ਜਿਹੜੇ ਪੁਸਤਕਾਂ ਮੈਨੂੰ ਆਮ ਦੋਸਤਾਂ ਮਿੱਤਰਾਂ ਵੱਲੋਂ ਮਿਲਦੀਆਂ ਹਨ ਜਾਂ ਸਾਹਿਤ ਸਭਾਵਾਂ ਵਿੱਚ ਰਿਲੀਜ਼ ਹੁੰਦੀਆਂ ਹਨ, ਮੈਨੂੰ ਮਿਲਦੀਆਂ ਹਨ, ਮੈਂ ਉਹ ਪੜ੍ਹ ਕੇ ਉਹਨਾਂ ਦੇ ਰਿਵਿਊ ਫੇਸਬੁੱਕ ਦੇ ਉੱਤੇ ਅਕਸਰ ਪਾਉਂਦਾ ਰਹਿੰਦਾ ਹਾਂ। ਇੱਕ ਕਿਤਾਬ ਪੜ੍ਹਨ ਦੇ ਵਿੱਚ ਕੁਛ ਤਾਂ ਸਮਾਂ ਲੱਗਦਾ ਹੈ। ਇਸ ਸਮੇਂ ਵੀ ਮੇਰੇ ਕੋਲ ਕਾਫੀ ਕਿਤਾਬਾਂ ਪਈਆਂ ਹਨ ਜਿਨ੍ਹਾਂ ਦਾ ਮੈਂ ਹਾਲੇ ਰਿਵਿਊ ਲਿਖਣਾ ਹੈ। ਕੁਛ ਮਿੱਤਰ ਕਾਲ ਕਰਦੇ ਹਨ ਵੀ ਇਸ ਦਾ ਰਿਵਿਊ ਜਿਹੜਾ ਹੈ ਉਹ ਛੇਤੀ ਭੇਜਿਆ ਜਾਵੇ, ਲਿਖਿਆ ਜਾਵੇ, ਫੇਸਬੁੱਕ 'ਤੇ ਪਾਇਆ ਜਾਵੇ, ਪਰੰਤੂ ਮੈਂ ਜਿੰਨਾ ਚਿਰ ਪੂਰੀ ਕਿਤਾਬ ਨਹੀਂ ਪੜ੍ਹਦਾ ਉਹਨਾਂ ਚਿਰ ਰਿਵਿਊ ਨਹੀਂ ਕਰਦਾ। ਇਸੇ ਕਰਕੇ ਕੁਛ ਕਿਤਾਬਾਂ ਇਕੱਠੀਆਂ ਹੁੰਦੀਆਂ ਹਨ। ਇਸ ਤਰ੍ਹਾਂ ਮੈਂ ਆਪਣੀ ਸਾਹਿਤਕ ਪ੍ਰਕਿਰਿਆ ਵਿੱਚ ਜੁੜਿਆ ਰਹਿੰਦਾ ਹਾਂ ਅਤੇ ਮੈਨੂੰ ਸਾਹਿਤਕ ਪ੍ਰਕਿਰਿਆ ਜਿਹੜੀ ਹੈ ਉਹ ਸਕੂਨ ਵੀ ਦਿੰਦੀ ਹੈ ਅਤੇ ਵਾਕਈ ਹੀ ਉਹ ਜਿਹੜੀ ਹੈ ਦੋਸਤਾਂ ਦਾ ਕੰਮ ਕਰਦੀ ਹੈ। ਕਦੇ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਕਿਸੇ ਵੇਲੇ ਮੈਨੂੰ ਨਹੀਂ ਤਾਂ ਮੈਂ ਕਿਤਾਬ ਦੇ ਅਧਿਐਨ ਕਰਨ ਲੱਗ ਜਾਂਦਾ ਹਾਂ। ਇੱਕ ਬਹੁਤ ਵਧੀਆ ਸਾਧਨ ਹੈ ਕਿਤਾਬਾਂ ਕਿ ਜਦੋਂ ਤੁਸੀਂ ਫਰਸਟ੍ਰੇਟਡ ਹੋਵੋ, ਚਿੰਤਾ ਵਿੱਚ ਹੋਵੋ ਜਾਂ ਤੁਹਾਡਾ ਜਿਹੜਾ ਹੈ ਮਨ ਨਹੀਂ ਲੱਗਦਾ, ਉਦਾਸ ਹੁੰਦੇ ਹੋ, ਤਾਂ ਤੁਸੀਂ ਕਿਤਾਬਾਂ ਖੋਲ੍ਹੋ, ਉਹਨਾਂ ਨੂੰ ਪੜ੍ਹੋ। ਉਸ ਦੇ ਨਾਲ ਜਿੱਥੇ ਤੁਹਾਨੂੰ ਸਕੂਨ ਮਿਲੇਗਾ, ਤੁਹਾਡਾ ਟਾਈਮ ਵੀ ਪਾਸ ਹੋਏਗਾ, ਨਾਲ ਹੀ ਉਸ ਦੇ ਵਿੱਚੋਂ ਤੁਹਾਨੂੰ ਕੋਈ ਜੀਵਨ ਦੀਆਂ ਸੇਧਾਂ ਵੀ ਮਿਲਣਗੀਆਂ ਜੋ ਮਨੁੱਖਤਾ ਲਈ ਜ਼ਰੂਰੀ ਹਨ। ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਇਹ ਮੇਰਾ ਮੋਟਿਵ ਹੈ। ਮੈਂ ਚਾਹੇ ਕਿਸੇ ਵੀ ਸਖਤ ਮਹਿਕਮੇ 'ਚ ਰਿਹਾ, ਜਿੱਥੇ ਵੀ ਰਿਹਾ, ਪਰ ਮੈਂ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਾਂ, ਪੰਜਾਬ ਨੂੰ ਪਿਆਰ ਕਰਨ ਵਾਲਾ ਹਾਂ, ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਹਾਂ। ਅਤੇ ਮੈਂ ਆਪਣੀਆਂ ਜਿਹੜੀਆਂ ਲਿਖਤਾਂ ਨੇ, ਭਾਵੇਂ ਮੈਂ ਹਿੰਦੀ 'ਚ ਲਿਖਦਾ ਜਾਂ ਹੋਰ ਭਾਸ਼ਾ 'ਚ ਵੀ ਲਿਖ ਲੈਂਦਾ, ਪਰ ਜ਼ਿਆਦਾਤਰ ਜਿਹੜੀ ਮੇਰੀ ਲਿਖਤ ਹੈ, ਸਿਰਜਣ ਪ੍ਰਕਿਰਿਆ ਹੈ, ਉਹ ਪੰਜਾਬੀ 'ਚ ਹੁੰਦੀ ਹੈ। ਅਤੇ ਮੈਂ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਇਹੀ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਕਿਤਾਬਾਂ ਨੂੰ ਆਪਣਾ ਦੋਸਤ ਬਣਾਓ, ਮਿੱਤਰ ਬਣਾਓ, ਉਹਨਾਂ ਨਾਲ ਆਪਣਾ ਸਮਾਂ ਗੁਜ਼ਾਰੋ
ਔਰ ਚਿੰਤਾ ਤੋਂ ਮੁਕਤ ਰਹੋ। ਧੰਨਵਾਦ।